ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹੁੰਦੇ ਆ ਤੇ ਅੱਜ ਵੀ ਇੱਕ ਖਾਸ ਮਹਿਮਾਨ ਤੁਹਾਡੇ ਰੂਬਰੂ ਕਰਨ ਦੇ ਲਈ ਬਿਲਕੁਲ ਜੀ ਅਸੀਂ ਹਾਜ਼ਰ ਹੋ ਚੁੱਕੇ ਹਾਂ। ਕਹਿੰਦੇ ਚਾਨਣ ਦੀ ਫੁਲਕਾਰੀ ਤੋਪਾ ਕੌਣ ਪਰੇ, ਅੰਬਰ ਦਾ ਇੱਕ ਆਲਾ ਸੂਰਜ ਬਾਲਦੇ ਆ, ਮਨ ਦੀ ਉੱਚੀ ਮਮਤੀ ਦੀਵਾ ਕੌਣ ਤੇਰੇ। ਦੀਵੇ ਵਾਂਗੂ ਜਗ ਕੇ ਚਾਨਣ ਕਰਦੇ ਨੇ ਕੁਝ ਲੋਕ ਇਸ ਦੁਨੀਆ ਤੇ। ਅਜਿਹੀ ਹੀ ਇੱਕ ਸ਼ਖਸੀਅਤ ਖਾਸ ਮਹਿਮਾਨ ਸਤਿਕਾਰਯੋਗ ਪ੍ਰੋਫੈਸਰ ਗੁਰਉਪਦੇਸ਼ ਕੌਰ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਹਿਊਮਨ ਡਿਵੈਲਪਮੈਂਟ ਤੇ ਫੈਮਿਲੀ ਸਟੱਡੀਜ਼ ਦੇ ਵਿੱਚ ਆਪਣੀ ਇਹਨਾਂ ਨੇ PhD ਕੀਤੀ ਤੇ ਅੱਜ ਕੱਲ੍ਹ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਇੱਕ ਬਹੁਤ ਖਾਸ ਤੇ ਵਧੀਆ ਗੱਲ ਜਿਹੜੀ ਉਹ ਇਹ ਵੀ ਹੈ ਕਿ ਪੰਜਾਬ ਦੇ ਪਿੰਡ ਦੀਆਂ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਇਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਭਰਪੂਰ ਹੈ। ਸੋ ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਤੇ ਸਾਡੇ ਅੱਜ ਦੇ ਖਾਸ ਮਹਿਮਾਨ ਡਾਕਟਰ ਗੁਰਉਪਦੇਸ਼ ਕੌਰ ਜੀ ਦੇ ਨਾਲ। ਸਭ ਤੋਂ ਪਹਿਲਾਂ ਤੇ ਰੇਡੀਓ ਮਿਰਚੀ 1310 ਤੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਮੇਰੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਔਰ ਪੰਜਾਬ ਕਹਿੰਦੇ ਜਿੱਥੇ ਇੱਕ ਜਦੋਂ ਅਸੀਂ ਗੱਲ ਕਰਦੇ ਹਾਂ ਔਰਤ ਦੀ, ਪੰਜਾਬ ਦੀਆਂ ਔਰਤਾਂ ਦੀ ਇੱਕ ਜਨਨੀ ਆ, ਘਰ ਦੇ ਉਹ ਕੰਮਕਾਰ ਵੀ ਸੰਭਾਲਦੀ ਆ, ਘਰ ਤੋਂ ਬਾਹਰ ਜਾ ਕੇ ਮਿਹਨਤ ਵੀ ਕਰਦੀ ਆ, ਉਚਾਈਆਂ ਨੂੰ ਬੁਲੰਦੀਆਂ ਨੂੰ ਵੀ ਉਹ ਛੂਹ ਰਹੀਆਂ ਨੇ। ਤੇ ਉੱਥੇ ਪੰਜਾਬ ਵਿੱਚ ਸਾਡੀਆਂ ਭੈਣਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੀ ਕੁਝ ਕਰ ਰਹੀਆਂ ਨੇ, ਕੀ ਕਰਨਾ ਲੋਚਦੀਆਂ ਨੇ, ਤੇ ਕੋਵਿਡ ਨੂੰ ਲੈ ਕੇ ਕਿੱਦਾਂ ਦਾ ਅਸਰ ਸਾਡੀ ਰਹਿਣੀ ਬਹਿਣੀ ਦੇ ਉੱਤੇ ਪਿਆ, ਇਸ ਵਿਸ਼ੇ ਤੇ ਰਵਾਇਤੀ ਖਾਣਿਆਂ ਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਡਾਕਟਰ ਗੁਰਉਪਦੇਸ਼ ਜੀ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਆਪਣੇ ਜੀਵਨ ਦੇ ਬਾਰੇ ਥੋੜੀ ਮੁੱਢਲੀ ਜਾਣਕਾਰੀ ਜਿਹੜੀ ਹੈ ਜ਼ਰੂਰ ਦੱਸੋ। ਸੋ ਕਿਹੜੇ ਕਿਹੜੇ ਖੇਤਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਜੀ। ਬਹੁਤ ਬਹੁਤ ਧੰਨਵਾਦ ਸੰਦੀਪ ਜੀ। ਜਿਵੇਂ ਕਿ ਤੁਸੀਂ ਸਾਰਿਆਂ ਦੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੜ੍ਹੀ ਹਾਂ ਤੇ ਹੁਣ ਉੱਥੋਂ ਦੇ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦੇ ਨਾਲ ਜੁੜੀ ਹੋਈ ਹਾਂ ਪੇਂਡੂ ਔਰਤਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੇ ਲਈ। ਤੇ ਜਿਹੜਾ ਮੈਂ ਹਮੇਸ਼ਾ ਇਹ ਗੱਲ ਕਰਦੀ ਹਾਂ, ਵਿਸ਼ਾ ਵਸਤੂ ਸੀ ਮੈਂ ਹਿਊਮਨ ਡਿਵੈਲਪਮੈਂਟ ਐਂਡ ਫੈਮਿਲੀ ਸਟੱਡੀਜ਼ ਤੋਂ PhD ਕੀਤੀ। ਉਹਦੇ 'ਚ ਵੀ ਅਸੀਂ ਬੱਚਿਆਂ ਬਾਰੇ ਜਾਂ ਔਰਤਾਂ ਬਾਰੇ ਗੱਲ ਕਰਦੇ ਹਾਂ ਵੀ ਉਹਨਾਂ ਨੂੰ, ਕਿਉਂਕਿ ਇਹ ਇੱਕ ਲਾਈਫ ਸਪੈਨ ਡਿਵੈਲਪਮੈਂਟ ਹੈ, ਉਸ ਬਾਰੇ ਜਾਣਿਆ ਜਾਂਦਾ ਹੈ ਕਿ ਸਮਾਜ ਦੇ ਵਿੱਚ ਅਸੀਂ ਉਹਦੇ ਵਿੱਚ ਕਿੱਦਾਂ ਉੱਪਰ ਕਰ ਸਕਦੇ ਹਾਂ। ਤੇ ਜਦੋਂ ਮੈਂ PhD ਕਰਦੀ ਸੀਗੀ ਤੇ ਮੇਰਾ ਜਿਹੜਾ ਵਿਸ਼ਾ ਖੋਜ ਦਾ ਸੀਗਾ ਉਹ ਉਹਨਾਂ ਔਰਤਾਂ ਦੇ ਬੱਚਿਆਂ ਦੀ ਸਮਾਜਿਕ ਤੇ ਸਰੀਰਕ ਵਿਕਾਸ ਬਾਰੇ ਸੀਗੀ, ਮਾਨਸਿਕ ਵਿਕਾਸ ਬਾਰੇ ਸੀ ਕਿ ਜਿਹੜੀਆਂ ਔਰਤਾਂ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਨਾ ਵੀ ਉਹ ਵੈਸੇ ਤਾਂ ਇਹ ਸ਼ੁਰੂ ਤੋਂ ਤਰਾਸਦੀ ਰਹੀ ਹੈ ਕਿ ਔਰਤ ਦੇ ਕੰਮ ਨੂੰ ਥੋੜਾ ਜਿਹਾ ਘੱਟ ਹੀ ਆਂਕਿਆ ਜਾਂਦਾ ਹੈ ਤੇ ਉਹਨੂੰ ਬਸ ਉਹਨਾਂ ਨੂੰ ਆਪ ਨੂੰ ਵੀ ਲੱਗਦਾ ਤੇ ਬਾਕੀ ਨੂੰ ਲੱਗਦਾ ਵੀ ਇਹ ਤਾਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ, ਇਹਨਾਂ ਨੇ ਕਰਨੀਆਂ ਨੇ। ਤੇ ਮੈਂ ਉਹ ਕਿਰਤੀ ਔਰਤਾਂ ਦੇ ਬੱਚਿਆਂ ਤੇ ਖੋਜ ਕੀਤੀ ਸੀਗੀ ਕਿ ਜਿਹੜੀਆਂ ਆਪਣੇ ਨਾ ਆਪਾਂ ਉਹਨਾਂ ਨੂੰ ਕੰਮ ਕਰਨ ਵਾਲੀਆਂ ਕਹਿ ਸਕਦੇ ਹਾਂ ਕਿ ਵੀ ਉਹ ਉਹਨਾਂ ਦੀਆਂ ਸੀਗੀਆਂ ਕਿ ਜਿਹੜੀਆਂ 2-3 ਘੰਟੇ ਆਪਣੇ ਜੀਵਨ ਪੱਧਰ ਨੂੰ, ਜਿਵੇਂ ਪਿੰਡਾਂ ਦੇ ਵਿੱਚ ਉਹ ਦਾਣੇ ਚੁਗਦੀਆਂ ਨੇ ਜਾਂ ਖੇਤਾਂ 'ਚ ਕੰਮ ਕਰਦੀਆਂ ਨੇ, ਆਲੂ ਪੁੱਟਦੀਆਂ ਨੇ ਜਾਂ ਘਰਾਂ 'ਚ ਸਫਾਈ ਕਰਦੀਆਂ ਨੇ ਜਾਂ ਆਲੇ ਦੁਆਲੇ ਜਿਹੜੇ ਕੋਈ ਇੰਡਸਟਰੀ ਲੱਗੀ ਹੋਈ ਆ ਉੱਥੇ ਕੰਮ ਕਰਦੀਆਂ ਨੇ। ਤੇ ਉਹਨਾਂ ਬੱਚਿਆਂ ਦਾ ਜਿਹੜਾ ਸਰੀਰਕ, ਮਾਨਸਿਕ ਤੇ ਸਮਾਜਿਕ ਵਿਕਾਸ ਕੀ ਸੀ। ਤੇ ਮੈਨੂੰ ਯਾਦ ਆ ਕਿ ਇਹ ਸਟੱਡੀ ਜਿਹੜੀ ਮੈਂ 2000 ਦੇ ਵਿੱਚ ਕੀਤੀ ਸੀ ਤੇ ਮੇਰੀਆਂ ਅੱਖਾਂ 'ਚ ਅੱਥਰੂ ਭਰੇ ਆਉਂਦੇ ਹੁੰਦੇ ਸੀਗੇ ਦੇਖ ਕੇ ਕਿ ਇੱਕ ਛੋਟਾ ਜਿਹਾ ਵਿਹੜਾ ਹੈ, ਇੱਕ ਛੋਟਾ ਜਿਹਾ ਕਮਰਾ ਹੈ ਜਿਹਦੇ ਇੱਕ ਪਾਸੇ ਮੱਝ ਵੀ ਖੜੀ ਹੈ ਤੇ ਇੱਕ ਪਾਸੇ ਬੱਚੇ ਵੀ ਹੈਗੇ ਨੇ ਤੇ ਜਿਹੜੀ ਹੈਗੀ ਔਰਤ ਉਹਦੇ ਜਿਹੜੇ ਪੱਠੇ ਲੈ ਕੇ ਆ ਰਹੀ ਹੈ ਖੇਤਾਂ ਦੇ ਵਿੱਚੋਂ, ਹੋਰ ਸਮਾਨ ਲੈ ਕੇ ਆ ਰਹੀ ਹੈ ਤੇ ਉਹਨਾਂ ਬੱਚਿਆਂ ਦੇ ਲਈ। ਤੇ ਉਦੋਂ ਮੈਂ ਹਾਲਾਤ ਦੇਖੀ ਸੀਗੀ ਕਿ ਸਾਡੀਆਂ ਜਿਹੜੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਨੂੰ ਸ਼ਾਇਦ ਉਹਨਾਂ ਦਾ ਬਚਪਨ ਕਿਤੇ ਹੀ ਰੁਲ ਜਾਂਦਾ ਹੈ ਕਿ ਜਦੋਂ ਉਹ ਮਾਵਾਂ ਬਣ ਕੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੇਖਦੀਆਂ ਨੇ ਕਿਉਂਕਿ ਮੇਰੀ ਮਾਂ ਕੰਮ ਕਰਨ ਗਈ ਹੋਈ ਹੈ। ਹਾਂਜੀ। ਤਾਂ ਇਸ ਲਈ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਔਰਤਾਂ ਦੇ ਵਿੱਚ ਕੁਛ ਜਿਹੜੀ ਹੈਗੀ ਆ ਪਰਸੈਂਟੇਜ ਹੈਗੀ ਹੈ ਕਿ ਜਿਵੇਂ ਸਾਡੇ, ਕਿਉਂਕਿ ਇਹ ਬਾਹਰ ਆਪਾਂ ਜਿਹੜੀ ਹੈਗੀ ਆ ਸੈਨ ਫਰਾਂਸਿਸਕੋ 'ਚ ਗੱਲ ਕਰ ਰਹੇ ਹਾਂ ਕਿ ਜਿਹੜੇ ਸਾਡੇ ਮੇਰੇ ਸੁਣਨ ਵਾਲੇ ਨੇ ਉਹਨਾਂ ਨੂੰ ਉਹ ਅਜਿਹੇ ਘਰਾਂ 'ਚੋਂ ਆਏ ਨੇ ਜਿੱਥੇ ਉਹਨਾਂ ਨੂੰ ਆਪਣੇ ਮਾਵਾਂ ਨੂੰ ਧੁਰਾ ਬਣ ਕੇ ਘਰ ਦਾ ਕੰਮ ਕਰਦਿਆਂ ਦੇਖਿਆ ਕਿ ਜਿਨ੍ਹਾਂ ਦੇ ਆਲੇ ਦੁਆਲੇ ਸਾਰਾ ਘੁੰਮਦਾ ਸੀ। ਉਹ ਵੀ ਇੱਕ ਪਰਸੈਂਟੇਜ ਹੈ, ਪਰ ਕੁਛ ਇੱਕ ਪਰਸੈਂਟੇਜ ਉਹ ਵੀ ਹੈ ਕਿ ਜਿਹੜੇ ਬਿਲਕੁਲ ਸਮਾਜ ਦੇ ਸਭ ਤੋਂ ਨੀਵੇਂ ਵਰਗ ਦੇ ਵਿੱਚ, ਨਿਮਨ ਵਰਗ ਦੇ ਵਿੱਚ ਕੰਮ ਕਰ ਰਹੀਆਂ ਔਰਤਾਂ ਨੇ, ਉਹਨਾਂ ਦੇ ਵੀ ਹਾਲਾਤ ਹੈ ਕਿਤੇ ਉਹਨਾਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਦੀ ਲੋੜ ਹੈ ਕਿ ਸਾਡੇ ਜਿਹੜੇ ਬੱਚੇ ਨੇ, ਕਿਉਂਕਿ ਜਦੋਂ ਇੱਕ ਮਾਂ ਬਿਮਾਰ ਹੁੰਦੀ ਹੈ, ਇੱਕ ਧੀ ਨੂੰ ਪਹਿਲਾਂ ਬਚਪਨ ਨਹੀਂ ਉਹਨੇ ਜੀਆ ਹੁੰਦਾ ਤੇ ਜਦੋਂ ਉਹ ਮਾਂ ਬਣਦੀ ਹੈ ਤੇ ਸ਼ਾਇਦ ਉਹਦੀ ਆਉਣ ਵਾਲੀ ਪੀੜ੍ਹੀ ਵੀ ਜਿਹੜੀ ਹੈਗੀ ਆ ਹੌਲੀ ਹੌਲੀ ਜਿਹੜੀ ਹੈਗੀ ਆ ਉਹ ਸਮਾਜਿਕ ਤੇ ਮਾਨਸਿਕ ਤੇ ਸਰੀਰਕ ਵਿਕਾਸ ਦੇ ਵਿੱਚ ਪਿੱਛੇ ਰਹਿ ਜਾਂਦੀ ਹੈ। ਜੀ ਜੀ, ਇਹ ਸਾਰੀਆਂ ਗੱਲਾਂ ਨੇ। ਬਾਕੀ ਕੁਛ ਗੱਲਾਂ ਇਹ ਵੀ ਨੇ ਕਿ ਆਪਣਾ ਜਿਹੜੇ ਹੈਗੀ ਆ ਵਕਤ ਦੇ ਨਾਲ ਅਸੀਂ ਬੜੇ ਮੋਹਰੀ ਜਿਹੜੇ ਹੈਗੇ ਨੇ ਵਿਕਸਿਤ ਸੂਬੇ ਦੇ ਵਿੱਚੋਂ ਆ
ਤੇ ਵਿਕਸਿਤ ਸੋਚ ਦੇ ਮਾਲਕ ਹਾਂ, ਕਦੇ ਕਿਸੇ ਦੇ ਗੁਲਾਮ ਨਹੀਂ ਹੁੰਦੇ ਅਸੀਂ। ਜਦੋਂ ਹੁਣ ਵੀ ਪੜ੍ਹਦੇ ਹਾਂ, ਗੱਲਾਂ ਕਰਦੇ ਹਾਂ ਕਿ ਸਭ ਤੋਂ ਬਾਅਦ ਅਖੀਰ ਦੇ ਵਿੱਚ ਅਸੀਂ ਅੰਗਰੇਜ਼ਾਂ ਦੇ ਹੱਥ ਆਇਆ ਸੀ ਪੰਜਾਬ, ਤੇ ਉਸ ਤੋਂ ਬਾਅਦ ਅਸੀਂ ਜਿਹੜੀ ਮਿਹਨਤ ਕਰਕੇ ਸਭ ਤੋਂ ਵੱਧ ਸ਼ਹੀਦੀਆਂ ਦੇ ਕੇ ਤੇ ਅਸੀਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਉਹਦੇ 'ਚ ਸਾਡੀਆਂ ਬੀਬੀਆਂ ਨੇ ਘਰੇ ਬੈਠ ਕੇ ਵੀ ਜਾਂ ਬਾਹਰ ਜਾ ਕੇ ਵੀ ਯੋਗਦਾਨ ਪਾਇਆ। ਕਿਰਤੀ ਕਿਸਾਨ ਅੰਦੋਲਨ ਚੱਲੇ ਨੇ ਤੇ ਲਗਾਤਾਰ ਜਿਹੜਾ ਹੈਗਾ ਕਿ ਇਹ ਚੱਲੀ ਜਾ ਰਿਹਾ। ਪਰ ਇਹ ਹੈ ਜਿਹੜਾ ਪਾੜਾ ਜਿਹੜਾ ਹੈਗਾ ਸਮਾਜ ਦੇ ਵਿੱਚ, ਇਹ ਵੀ ਆਪਣੇ ਜਿਹੜਾ ਹੈਗਾ ਇੱਕ ਨਿਸ਼ਾਨੀ ਹੈ ਕਿ ਸਾਨੂੰ ਇਸ ਪਾਸੇ ਚੱਲਣ ਦੀ ਲੋੜ ਹੈ। ਕਿਉਂਕਿ ਮੈਂ ਬਹੁਤੀਆਂ ਗੱਲਾਂ ਨਹੀਂ ਕਰੂੰਗੀ, ਮੈਂ ਦੋ ਚੀਜ਼ਾਂ ਤੁਹਾਡੇ ਨਾਲ ਇੱਥੇ ਸਾਂਝੀਆਂ ਕਰਨਾ ਚਾਹੂੰਗੀ ਸੰਦੀਪ ਜੀ। ਆਪਾਂ ਜਦੋਂ ਲਿਟਰੇਸੀ ਰੇਟ ਦੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਮੇਲ ਫੀਮੇਲ ਲਿਟਰੇਸੀ ਰੇਟ ਦਾ ਕੀ ਫਰਕ ਹੈ, ਤਾਂ ਜਿਹੜੀ ਹੈਗੀ ਆ ਪੁਰਸ਼ਾਂ ਦੇ ਵਿੱਚ ਜਿਹੜਾ ਸ਼ਹਿਰੀ ਪੰਜਾਬ ਹੈ ਉਹਦੇ ਵਿੱਚ 86% ਦੇ ਅਰਾਊਂਡ ਹੈ, ਤੇ ਜਿਹੜਾ ਹੈਗਾ ਪੇਂਡੂ ਪੰਜਾਬ ਹੈ ਉਹਦੇ ਵਿੱਚ 76% ਹੈ। ਤੇ ਜਦੋਂ ਆਪਾਂ ਔਰਤਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਔਰਤਾਂ 68% ਤੇ ਜਿਹੜੀਆਂ ਪੇਂਡੂ ਔਰਤਾਂ ਨੇ 58-59% ਜਿਹੜੀਆਂ ਹੈਗੀਆਂ ਨੇ ਸਿੱਖਿਅਤ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੰਮ ਆਪਣਾ ਸਾਈਨ ਕਰ ਸਕਦੀਆਂ ਨੇ। ਤਾਂ ਪਾੜਾ ਤਾਂ ਸਾਡਾ ਇੱਥੇ ਵੀ ਹੈ। ਹਾਲਾਂਕਿ ਇਹ ਹੌਲੀ ਹੌਲੀ ਆਪਾਂ ਬਾਕੀ ਸਟੈਟਿਸਟਿਕਸ ਦੇ ਨਾਲ ਦੇਖੀਏ, ਪਰ ਸਾਡੇ ਤੋਂ ਅੱਗੇ ਕੇਰਲਾ ਵੀ ਬੈਠਾ ਹੈ। ਤੇ ਉਹੀ ਸਭ ਤੋਂ ਵੱਡੀ ਗੱਲ, ਮਤਲਬ ਮੈਨੂੰ ਬੜੀ ਇਹ ਸ਼ਰਮ ਆਉਂਦੀ ਹੁੰਦੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਮੇਲ ਫੀਮੇਲ ਸੈਕਸ ਰੇਸ਼ੋ ਦੀ। ਉਹਦੇ 'ਚ ਅਸੀਂ ਇੰਡੀਆ ਦੀਆਂ ਜਿਹੜੀਆਂ ਨੈਸ਼ਨਲ ਐਵਰੇਜਿਸ ਨੇ ਉਹਦੇ ਤੋਂ ਅਸੀਂ ਪਿੱਛੇ ਆ। ਸਾਡੀ ਕਿਸੇ ਟਾਈਮ ਮਤਲਬ ਇੰਡੀਆ ਦੀ 896 ਰਹੀ ਹੈ ਕਿ 1000 ਮਰਦਾਂ ਦੇ ਪਿੱਛੇ 896 ਔਰਤਾਂ ਨੇ, ਤੇ ਕਿਸੇ ਟਾਈਮ ਅਸੀਂ 892 ਤੇ ਪਹੁੰਚ ਗਏ ਸੀ, ਪਰ ਹੁਣ ਫਿਰ ਸਾਡੀ ਜਿਹੜੀ ਹੈਗੀ 886 ਤੇ ਹੈ। ਤਾਂ ਜੇ ਇਹ ਗੱਲਾਂ ਅਸੀਂ ਸੋਚਦੇ ਰਹੀਏ ਕਿ ਨਹੀਂ ਮੇਰੀ ਮਾਂ ਮੈਂ ਆਪਣੀ ਨਾਨੀ ਨੂੰ ਦੇਖਿਆ, ਆਪਣੀ ਦਾਦੀ ਨੂੰ ਦੇਖਿਆ, ਮੈਂ ਆਪਣੀ ਮਾਂ ਨੂੰ ਦੇਖਿਆ, ਮੇਰੀ ਭੈਣ ਨੂੰ ਦੇਖਿਆ, ਗੱਲਾਂ ਠੀਕ ਨੇ, ਉਹ ਕੁਛ ਪਰਸੈਂਟੇਜ ਆ। ਪਰ ਜਿਹੜੀ ਇਕੁਐਲਿਟੀ ਹੈਗੀ ਹੈ, ਜਿਹਦੇ ਬਾਰੇ ਆਪਣੀ ਸਰਵ ਸਾਂਝੀਵਾਲਤਾ ਦੀ ਆਪਾਂ ਬਾਬਾ ਨਾਨਕ ਨੇ ਵੀ ਗੱਲ ਕੀਤੀ ਸੀ, ਕਿਹੜੇ ਜ਼ਮਾਨੇ 'ਚ 550 ਸਾਲ ਪਹਿਲਾਂ ਸਾਨੂੰ ਉਹ ਕਹਿ ਕੇ ਗਏ ਸੀ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ ਇਹ ਜਿਹੜੀਆਂ ਘੁਣ ਵਾਂਗੂ ਖਾ ਰਹੀਆਂ ਨੇ ਸਾਨੂੰ ਚੀਜ਼ਾਂ, ਇਹ ਬਰਾਬਰਤਾ ਜਿਹੜੀ ਹੈਗੀ ਆ ਸਾਰਿਆਂ ਦੀ, ਅਮੀਰੀ ਗਰੀਬੀ ਦਾ ਪਾੜਾ ਨਾ ਹੋਵੇ, ਮਰਦ ਔਰਤ ਦਾ ਪਾੜਾ ਨਾ ਹੋਵੇ, ਉਹ ਸਮਾਜ ਪੰਜਾਬੀ ਸਮਾਜ ਸਿਰਜਣ ਦੇ ਲਈ ਸਾਨੂੰ ਹਲੇ ਥੋੜੇ ਜਿਹੇ ਯਤਨ ਹੋਰ ਕਰਨ ਦੀ ਲੋੜ ਹੈ, ਲਗਾਤਾਰ ਕਰਨ ਦੀ ਲੋੜ ਹੈ। ਤੇ ਕਿਸ ਤਰ੍ਹਾਂ ਦੇ ਯਤਨਾਂ ਦੀ ਲੋੜ ਹੈ ਇਸ ਵਕਤ ਤੁਹਾਨੂੰ ਲੱਗਦਾ ਕਿ ਜਿਹੜੀ ਬਰਾਬਰਤਾ ਉਹ ਬਣ ਸਕਦੀ ਹੈ? ਤੁਸੀਂ ਦੱਸਿਆ ਕਿ 886% ਜਿਹੜੀਆਂ ਔਰਤਾਂ ਨੇ ਇਸ ਵਕਤ ਮਰਦਾਂ ਦੇ ਮੁਕਾਬਲੇ, ਜਿਹੜੀ ਸੈਕਸ ਰੇਸ਼ੋ ਦੀ ਤੁਸੀਂ ਗੱਲ ਕੀਤੀ ਹੈ, ਕੀ ਲੱਗਦਾ ਕਿ ਇਹ ਪਾੜਾ ਪੰਜਾਬ ਦੇ ਵਿੱਚ ਇੰਨਾ ਕਿਉਂ ਹੈ, ਜਾਂ ਇਸ ਤਰੀਕੇ ਨਾਲ ਕਿਉਂ ਕੀਤਾ ਜਾ ਰਿਹਾ ਹੈ? ਤੇ ਤੁਹਾਨੂੰ ਇਹਦੇ ਪਿੱਛੇ ਕੀ ਲੱਗਦਾ ਕਿ ਕਿੱਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ? ਕਿ ਵੀ ਬੇਸ਼ੱਕ ਅੱਜ ਜਦੋਂ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤੇ ਬੜੀਆਂ ਸਾਡੀਆਂ ਭੈਣਾਂ ਨੇ, ਔਰਤਾਂ ਨੇ, ਮਾਵਾਂ ਨੇ ਜੋ ਅੱਜ ਵਿਦੇਸ਼ਾਂ ਦੇ ਵਿੱਚ ਤਰੱਕੀ ਕਰ ਚੁੱਕੀਆਂ ਨੇ, ਬਹੁਤ ਮੱਲਾਂ ਮਾਰੀਆਂ ਨੇ, ਬੜੇ ਵੱਡੇ ਵੱਡੇ ਰੁਤਬਿਆਂ ਦੇ ਉੱਤੇ ਬੈਠੀਆਂ ਹੋਈਆਂ ਨੇ, ਤੇ ਅੱਜ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ 'ਚ ਹਜੇ ਵੀ ਉਸ ਤਰੀਕੇ ਦੇ ਨਾਲ, ਸੋ ਇਹ ਕਦੋਂ ਠੀਕ ਹੋਊਗਾ? ਕੀ ਲੱਗਦਾ ਕੀ ਯਤਨ ਹੋਣੇ ਚਾਹੀਦੇ ਨੇ? ਯਤਨ ਤਾਂ ਲਗਾਤਾਰ ਹੋ ਰਹੇ ਨੇ, ਸਰਕਾਰਾਂ ਵੀ ਕਰ ਰਹੀਆਂ ਨੇ, ਜਾਂ ਸਮਾਜ ਦੇ ਵਿੱਚ ਬੈਠੇ ਸਾਡੇ ਜਿਹੜੇ ਬੁੱਧੀਜੀਵੀ ਵਰਗ ਦੇ ਲੋਕ ਨੇ ਉਹ ਵੀ ਕਰਦੇ ਨੇ, ਜਾਂ ਇੱਕ ਸਕੂਲ ਨੇ, ਕਾਲਜ ਨੇ। ਪਰ ਗੱਲ ਹੁੰਦੀ ਹੈ ਇੱਕ ਸੋਚ ਬਦਲਣ ਦੀ। ਕਿਉਂਕਿ ਮੈਂ ਥੋੜ੍ਹੀ ਜਿਹੀ ਗੱਲ, ਫਿਰ ਸਾਰਿਆਂ ਨੂੰ ਮੈਨੂੰ ਲੱਗਦਾ ਸਰੋਤਿਆਂ ਨੂੰ ਵੀ ਪਤਾ ਹੁੰਦੀ ਹੈ, ਪਰ ਮੈਂ ਅਕਸਰ ਇਹ ਗੱਲ ਜ਼ਰੂਰ ਕਰਦੀ ਹਾਂ ਕਿ ਬਾਬਾ ਨਾਨਕ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੇ ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦੀ, ਸਾਡਾ ਇੱਕੋ ਇੱਕ ਮਹਾਰਾਜਾ ਜਿਹੜਾ ਪੰਜਾਬ ਦੇ ਹੋਏ ਨੇ, ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਹੈਗੀ ਆ, ਜਿਹੜੇ ਨਾਨਕੇ ਸੀ ਬਡਰੁੱਖਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੀਗੇ, ਤੇ ਜਦੋਂ ਉਹਨਾਂ ਦੀ ਮਾਤਾ ਦਾ ਜਨਮ ਹੋਇਆ ਤਾਂ ਸਰਦਾਰਾਂ ਦੇ ਧੀ ਜੰਮੀ ਉਹ, ਤਾਂ ਉਹਨਾਂ ਨੇ ਵੀ ਧੀਆਂ ਨਹੀਂ ਪਸੰਦ ਕਰਦੇ, ਵੀ ਧੀਆਂ ਜਦੋਂ ਹੁੰਦੀਆਂ ਨੇ ਤਾਂ ਸਾਨੂੰ ਮੁੜ ਕੇ ਔਖਾ ਹੁੰਦੀਆਂ ਨੇ, ਤਾਂ ਉਹਨਾਂ ਨੇ ਵੀ ਉਹਨੂੰ ਜਿਹੜਾ ਹੈਗਾ ਦੱਬ ਦਿੱਤਾ। ਤੇ ਉਹਨਾਂ ਦੇ ਜਿਹੜੇ ਪਿੰਡ ਦੇ ਵਿੱਚ ਜਿਹੜਾ ਗਜ਼ਾ ਕਰਨ ਵਾਲਾ ਫਕੀਰ ਆਉਂਦਾ ਸੀ, ਦਿਨ ਉਹਨਾਂ ਦੇ ਘਰ ਨਾ ਆਇਆ, ਤਾਂ ਉਹਨਾਂ ਨੇ ਸੋਚਿਆ ਵੀ ਇਹ ਕੀ ਗੱਲ ਹੋ ਗਈ, ਵੀ ਸਾਡੇ ਤੋਂ ਕੀ ਭੁੱਲ ਹੋ ਗਈ। ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਤੁਸੀਂ ਉਸ ਬੱਚੀ ਨੂੰ ਦੱਬ ਕੇ ਰੱਖਿਆ ਹੋਇਆ ਜਿਹਨੇ ਜਿਸ ਦੀ ਕੁੱਖੋਂ ਉਸ ਸਰਦਾਰ ਨੇ, ਉਸ ਮਹਾਰਾਜੇ ਨੇ ਜਨਮ ਲੈਣਾ, ਜਿਹਨੇ ਪੰਜਾਬ ਦਾ ਭਵਿੱਖ ਬਦਲ ਦੇਣਾ ਹੈ। ਤਾਂ ਇਹ ਜਿਹੜੀ ਗੱਲ ਹੈਗੀ ਹੈ ਕਿ ਅਸੀਂ ਉਸ ਤਰੀਕੇ ਦੇ ਨਾਲ ਸੋਚੀਏ ਕਿ ਉਸ ਟਾਈਮ ਵੀ ਸੀ, ਤੇ ਇਹਦੇ ਵਿੱਚ ਸਾਨੂੰ ਕਿੰਨੇ ਸਾਲ ਇਹ ਕਰਦਿਆਂ ਨੂੰ ਹੋ ਗਏ, ਤੇ ਪਰ ਹਲੇ ਵੀ ਇਹ ਗੱਲ ਹੈ। ਇਹਦੇ ਵਿੱਚ ਮੈਨੂੰ ਇਹੀ ਲੱਗਦਾ ਕਿ ਜਿਹੜੇ ਅਸੀਂ ਪੜ੍ਹੇ ਲਿਖੇ ਹਾਂ ਜਾਂ ਅਸੀਂ ਇਹ ਸੋਚਦੇ ਹਾਂ, ਅਸੀਂ ਆਲੇ ਦੁਆਲੇ ਵੀ ਆਪਣੀ ਸੋਚ ਨੂੰ ਜ਼ਰੂਰ ਦੇਖੀਏ। ਕਿਉਂਕਿ ਮੈਂ ਇੱਕ ਰਿਸਰਚਰ ਦੇ ਤੌਰ ਤੇ
ਜੀ ਅਸੀਂ ਇਹ ਜਿਹੜਾ ਪੁਆਇੰਟ ਆ, ਹਮੇਸ਼ਾ ਮੈਨੂੰ ਲੱਗਦਾ ਕਿ ਮੈਂ MSc ਜਦੋਂ ਕਰਦੀ ਸੀਗੀ, BSc ਕਰਦੀ ਸੀ, ਅਸੀਂ ਪਿੰਡਾਂ ਦੇ ਵਿੱਚ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਰਹੇ ਹਾਂ ਤਾਂ ਸਾਡਾ ਰੂਰਲ ਐਕਸਪੋਜ਼ਰ ਰਿਹਾ। ਅਸੀਂ ਪਿੰਡਾਂ ਦੇ ਵਿੱਚ ਜਾਂਦੇ, ਉੱਥੇ ਬੀਬੀਆਂ ਨਾਲ ਫਿਰ ਆਪਣੇ ਵਿਸ਼ੇ ਦੀ ਵੀ ਗੱਲ ਕਰਨੀ, ਉਹਨਾਂ ਨੂੰ ਖਾਣ ਪਕਾਉਣ ਬਾਰੇ ਵੀ ਦੱਸਣਾ ਜਾਂ ਹੋਰ ਚੀਜ਼ਾਂ ਵੀ ਦੱਸਣੀਆਂ, ਤਾਂ ਇਹ ਵਿਸ਼ਾ ਵੀ ਮੈਂ ਜ਼ਰੂਰ ਟੁੰਬਦੀ ਸੀਗੀ। ਤਾਂ ਉੱਥੇ ਜਿਹੜੀ ਇੱਕ ਸੋਚ ਹੈ ਨਾ, ਹਰ ਇੱਕ ਦੇ ਵਿੱਚ ਇਹ ਸੋਚ ਦਾ ਜ਼ਰੂਰ ਇੱਕ ਫਰਕ ਹੈਗਾ ਕਿ ਹਾਂ ਵੀ ਧੀਆਂ ਨੇ ਤਾਂ ਜੀ ਉਹ ਜ਼ਿਆਦਾ ਨੇ ਤਾਂ ਸਾਨੂੰ ਔਖ ਹੋਊਗੀ, ਕੱਲ੍ਹ ਉਹਨਾਂ ਨੂੰ ਵਿਆਹੁਣਾ ਪੈਣਾ, ਵਿਆਹ ਤੋਂ ਬਾਅਦ ਔਖਾ ਨੇ। ਇਹਦੇ ਲਈ ਇਹੀ ਹੈ ਕਿ ਜਿਹੜੀ ਅਸੀਂ ਸੋਚ ਨੂੰ ਬਦਲੀਏ, ਅਸੀਂ ਆਪਣੇ ਜਿਹੜੇ ਬੱਚਿਆਂ ਨੂੰ ਹੁਣ ਇੱਕ ਪਾਲਣ ਪੋਸ਼ਣ ਦੇ ਰਹੇ ਹਾਂ ਨਾ, ਉਹਨਾਂ ਦੀ ਜਿਹੜੀ ਇੱਕ ਪਿਤਾ ਪੁਰਖੀ ਸੋਚ ਨੂੰ ਬਦਲੀਏ ਕਿ ਜਿਹੜੀਆਂ ਹੈਗੀਆਂ ਨੇ, ਅਸੀਂ ਉਹਨਾਂ ਨੂੰ ਇਹ ਸਿਖਾਈਏ ਕਿ ਜਿਹੜੀ ਹੈਗੇ ਨੇ ਧੀ ਤੇ ਪੁੱਤ ਬਰਾਬਰ ਨੇ, ਬੇਟੀ ਤੇ ਬੇਟਾ ਜਿਹੜੇ ਹੈਗੇ ਨੇ ਬਰਾਬਰ ਨੇ। ਤੇ ਇਹ ਕਹਿਣ ਦੇ ਨਾਲ ਨਹੀਂ ਹੋਣਾ। ਜਦੋਂ ਸਾਡੇ ਘਰ ਦੇ ਵਿੱਚ ਨੂੰਹ ਆਉਂਦੀ ਹੈ ਤੇ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਹੀ ਕਰਨੀ ਪੈਣੀ ਆ। ਜਦੋਂ ਸਾਡੇ ਘਰ ਦੇ ਵਿੱਚ ਨੂੰਹ ਆਉਂਦੀ ਹੈ ਤਾਂ ਸਾਨੂੰ ਇਹ ਨਾ ਲੱਗੇ ਕਿ ਉਹ ਬੇਗਾਨੇ ਘਰੋਂ ਆਈ ਹੋਈ ਹੈ ਤੇ ਅਸੀਂ ਆਪਣੀ ਜਿਹੜੀ ਹੈਗੀ ਹੈ ਧੀ ਦੇ ਉਹਦੇ 'ਚ ਫਰਕ ਰੱਖੀਏ। ਉਹੀ ਗੱਲਾਂ ਸੋਚਣ ਦੀ ਲੋੜ ਹੈ। ਮੈਨੂੰ ਯਾਦ ਹੈ ਕਿ ਮੇਰੇ ਜਿਹੜੇ ਮਦਰ ਸੀਗੇ ਉਹ ਸੰਗਰੂਰ ਜ਼ਿਲ੍ਹੇ ਤੋਂ ਹੀ ਨੇ ਤੇ ਉਹ ਪਹਿਲੀ ਲੜਕੀ ਸੀਗੀ ਜਿਹੜੀ ਉਹਨਾਂ ਨੇ 10ਵੀਂ ਪਾਸ ਕੀਤੀ ਸੀਗੀ, ਕਿਉਂਕਿ ਉਹਨਾਂ ਦੇ ਸਕੂਲ ਦੇ ਵਿੱਚ ਸਿਰਫ ਪਿੰਡ ਦੇ ਵਿੱਚ ਸਕੂਲ ਜਿਹੜਾ ਸੀ 5ਵੀਂ ਤੱਕ ਸੀ ਪ੍ਰਾਇਮਰੀ ਸਕੂਲ, ਤੇ ਉਹ ਆਪਣੇ ਪਿੰਡ ਤੋਂ ਜਿਹੜਾ ਹੈਗਾ ਸੰਗਰੂਰ ਦੇ ਵਿੱਚ ਪੜ੍ਹ ਕੇ ਉਹਨਾਂ ਨੇ ਪਹਿਲੀ ਜਿਹੜੀ 10ਵੀਂ ਪਾਸ ਕੀਤੀ। ਤੇ ਮੁੜ ਕੇ ਜਿਹੜੀ ਹੈਗੀ ਆ ਉਸ ਤੋਂ ਬਾਅਦ ਮੈਂ ਹੱਸਦੀ ਹੁੰਦੀ ਆ ਇਹ ਗੱਲ ਕਿ ਮੈਂ ਆਪਣੇ ਘਰ ਦੇ ਵਿੱਚ ਪਹਿਲੀ ਲੜਕੀ ਸੀ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਦੇ ਲਈ ਗਈ, ਕਿਉਂਕਿ ਲੁਧਿਆਣਾ ਜ਼ਿਲ੍ਹੇ ਵਿੱਚ ਰਹਿੰਦੇ ਸੀਗੇ ਤਾਂ ਓਬਵੀਅਸਲੀ ਆ ਕਿ ਵੀ ਤੁਸੀਂ ਗਏ ਯੂਨੀਵਰਸਿਟੀ 'ਚ ਪੜ੍ਹੇ। ਤੇ ਮੈਂ ਆਪਣੀ ਬੇਟੀ ਨੂੰ ਹੱਸਦੀ ਹੁੰਦੀ ਆ ਵੀ ਹੁਣ ਤੇਰੇ ਤੇ ਪਤਾ ਨਹੀਂ ਤੇਰੇ ਮੋਢਿਆਂ ਤੇ ਕੀ ਉਹ ਜ਼ਿੰਮੇਵਾਰੀ ਹੈ ਕਿ ਬੇਟਾ ਤੂੰ ਕੀ ਕਰਨਾ। ਜਿਹੜਾ ਹੈਗਾ ਵੀ ਇੱਕ ਸਾਡੀ ਸੋਚ ਜਿਹੜੀ ਚੱਲ ਰਹੀ ਹੈ ਉਹ ਸੋਚ ਦੇ ਵਿੱਚ ਜਾਣ ਦੀ ਲੋੜ ਹੈਗੀ ਆ। ਤੇ ਇਹ ਜਿਹੜੀ ਸੋਚ ਹੈ, ਆਪਾਂ ਕਹੀਏ ਗੱਲਾਂ ਕਰੀਏ ਜਾਂ ਸੈਮੀਨਾਰਾਂ 'ਚ ਗੱਲਾਂ ਕਰਦੇ ਹਾਂ ਜਾਂ ਹੋਰ ਕਰਦੇ ਹਾਂ, ਜਾਂ ਮੈਨੂੰ ਵੀ ਹੁਣ 20 ਸਾਲ ਮੇਰੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਹੋ ਗਈ ਕਿ ਹਰ ਟ੍ਰੇਨਿੰਗ ਦੇ ਵਿੱਚ ਮੇਰੇ ਤੋਂ ਅਲੱਗ-ਅਲੱਗ ਪਿੰਡਾਂ ਦੀਆਂ ਲੜਕੀਆਂ ਆਉਂਦੀਆਂ ਨੇ ਜਾਂ ਰੇਡੀਓ ਟਾਕਸ ਆ ਜਾਂ ਲੈਕਚਰਸ ਦਿੰਦੇ ਆ, ਤਾਂ ਮੈਂ ਇਹ ਜ਼ਰੂਰ ਕਹਿੰਦੀ ਹਾਂ ਕਿ ਆਪਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਜਦੋਂ ਆਪਾਂ ਸੋਚ ਬਦਲਦੇ ਹਾਂ, ਛੋਟੀਆਂ-ਛੋਟੀਆਂ ਜਿਹੜੀਆਂ ਐਕਟੀਵਿਟੀਜ਼ ਨੇ ਵੀ ਰੋਜ਼ ਦੀਆਂ, ਖਾਣ ਪੀਣ ਦੇ ਵਿੱਚ ਬਰਾਬਰੀ ਆ, ਪੁੱਤ ਧੀ ਦੇ ਵਿੱਚ ਬਰਾਬਰੀ ਹੈ, ਫਿਰ ਉਹਨਾਂ ਨੂੰ ਪੜ੍ਹਾਈ ਦੀਆਂ ਜਿਹੜੀਆਂ ਅਪਰਚੁਨਿਟੀਜ਼ ਨੇ, ਉਹ ਤਾਂ ਖੈਰ ਹੁਣ ਤਾਂ ਸਾਡੀ ਐਜੂਕੇਸ਼ਨ ਹਾਲਤ ਇਹ ਹੈ ਕਿ ਸਾਨੂੰ ਆਈਲੈਟਸ ਗਰਲਸ ਦੇ ਨਾਲ ਸਾਡੀਆਂ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਮੁੰਡਿਆਂ ਨੂੰ ਵਿਆਹ ਕੇ ਲੈ ਕੇ ਗਈਆਂ ਨੇ, ਤੇ ਬੜੀਆਂ ਚੀਜ਼ਾਂ ਨੇ। ਇਹ ਚੀਜ਼ ਤਰੱਕੀ ਹੋ ਰਹੀ ਹੈ, ਪਰ ਇਹਦੇ ਵਿੱਚ ਲਗਾਤਾਰ ਸਾਨੂੰ ਕੋਸ਼ਿਸ਼ਾਂ ਕਰਨ ਦੀ ਲੋੜ ਹੈ ਕਿ ਹਜੇ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀ ਸੋਚ ਹੈ ਹੋਰ ਵਿਸ਼ਾਲ ਹੋਣੀ ਹਜੇ ਬਾਕੀ ਹੈ। ਸੋ ਬਾਕੀ ਕੋਸ਼ਿਸ਼ਾਂ ਨੇ ਉਹ ਲਗਾਤਾਰ ਜਾਰੀ। ਤੁਹਾਡੇ ਵਰਗੇ ਜਿਹੜੇ ਲੋਕ ਨੇ ਸਮਾਜ ਦੇ ਵਿੱਚ, ਸੋ ਏਦਾਂ ਦੀ ਸੋਚ ਲੈ ਕੇ ਚੱਲਦੇ ਨੇ, ਤੇ ਮੈਨੂੰ ਲੱਗਦਾ ਕਿ ਬਾਕੀ ਜਿਹੜੀ ਸੋਚ ਆ ਉਹ ਬਿਲਕੁਲ ਬਦਲਦੀ ਆ ਔਰ ਬਦਲਦੀ ਰਹੇਗੀ। ਅਸੀਂ ਇਸ ਵਕਤ ਗੱਲ ਕਰ ਲਈ ਕਿਉਂਕਿ ਤੁਸੀਂ ਬਹੁਤ ਸਾਰੀਆਂ ਸੁਆਣੀਆਂ ਨੂੰ, ਘਰਾਂ ਦੀਆਂ, ਪਿੰਡਾਂ ਦੀਆਂ, ਸ਼ਹਿਰਾਂ ਦੀਆਂ ਲੇਡੀਜ਼ ਨੂੰ ਮਿਲਦੇ ਰਹਿੰਦੇ ਹੋ, ਤੇ ਇਸ ਵਕਤ ਬਹੁਤ ਸਾਰੀਆਂ ਲੇਡੀਜ਼ ਨੇ, ਭੈਣਾਂ ਨੇ ਜੋ ਵਿਦੇਸ਼ਾਂ ਦੇ ਵਿੱਚ ਬੈਠੀਆਂ ਇਸ ਵਕਤ ਸੁਣ ਰਹੀਆਂ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਖਾਣਾ ਪੀਣਾ, ਉਹਨਾਂ ਦਾ ਰਹਿਣ ਸਹਿਣ, ਆਪਣੇ ਖਿਆਲ, ਆਪਣੇ ਜਜ਼ਬਾਤ ਜਿਹੜੇ ਨੇ ਉਹ ਕਿੱਦਾਂ ਦੇ ਰੱਖਣ, ਕਿਸ ਤਰ੍ਹਾਂ ਦੀ ਸੋਚ ਰੱਖਣ? ਜੀ ਸੰਦੀਪ ਜੀ, ਪਹਿਲਾਂ ਤਾਂ ਜਜ਼ਬਾਤਾਂ ਦੀ ਗੱਲ ਇਹ ਆ ਕਿ ਆਪਾਂ ਜਿਹੜੀ ਹੈਗੀ ਆ ਸਭੇ ਸਾਂਝੀ ਵੱਲ ਸਦਾ ਕੋਈ ਨਾ ਦਿਸੇ ਬਾਹਰਾ ਜੀਓ। ਜੇ ਆਪਾਂ ਇਹ ਗੱਲ ਸੋਚ ਲਈਏ ਤਾਂ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਨੂੰ ਕਈ ਚੀਜ਼ਾਂ ਦੇ ਵਿੱਚ ਜਿਹੜੀ ਹੈਗੀ ਆ ਬਰਾਬਰੀ ਦੀ ਉਹ ਹੈਗੀ ਆ। ਕਿਉਂਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਬੈਠੇ ਹਾਂ ਜਾਂ ਘਰਾਂ ਦੇ ਵਿੱਚ ਬੈਠਦੇ ਹਾਂ, ਕਿਸੇ ਔਰਤ ਨੂੰ ਮਜਬੂਰ ਕੀਤਾ ਜਾਂਦਾ ਕਿ ਉਹ ਆਪਣੀ ਕੁੱਖ ਦੇ ਵਿੱਚ ਆਪਣੀ ਧੀ ਨੂੰ ਕਤਲ ਕਰ ਦੇਵੇ, ਜਾਂ ਉਹਦੇ ਘਰ ਦੇ ਵਿੱਚ ਜਿਹੜੀ ਹੈਗੀ ਆ ਕੋਈ ਮਾਰ ਕੁਟਾਈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਹੁੰਦੀ ਆ, ਤਾਂ ਕਿਉਂ ਨਹੀਂ ਅਸੀਂ ਬੋਲਦੇ? ਅਸੀਂ ਇਹ ਨਾ ਸੋਚੀਏ ਕਿ ਉਹਦੇ ਘਰ ਦਾ ਮਾਮਲਾ ਹੈ। ਬੜੀਆਂ ਚੀਜ਼ਾਂ ਨੇ, ਜਿਵੇਂ ਹੁਣ ਸਾਡੇ ਵਿਆਹ ਸ਼ਾਦੀਆਂ ਅਕਸਰ ਹੀ ਅਸੀਂ ਗੱਲ ਕਰਦੇ ਸੀਗੇ ਕਿ ਉਹ ਲੋੜ ਤੋਂ ਵੱਧ ਹੋ ਗਏ ਨੇ, ਫਾਲਤੂ ਦੇ ਬੇਲੋੜੇ ਰਸਮੇ ਰਿਵਾਜ ਤੇ ਦਾਜ ਦਹੇਜ ਜਾਂ ਮਿਲਣੀਆਂ ਜਾਂ ਹੋਰ ਚੀਜ਼ਾਂ ਨੇ। ਜੇ ਇੱਕ ਅਸੀਂ ਥੋੜੀ ਵੀ ਉਸ ਚੀਜ਼ ਦੇ ਵਿੱਚ ਰੱਖੀਏ ਕਿ ਹਾਂ ਨਹੀਂ ਅਸੀਂ ਇਸ ਤਰੀਕੇ ਨਾਲ ਨਹੀਂ, ਇਸ ਤਰੀਕੇ ਨਾਲ ਕਰਨਾ ਹੈ ਕਿ ਸਭ ਨੂੰ ਜਿਹੜੀ ਹੈਗੀ ਚੀਜ਼, ਮੈਨੂੰ ਲੱਗਦਾ ਕਿ COVID-19 ਦੇ ਨਾਲ ਜਿਹੜੀ ਹੈਗੀ ਕਿ 50 ਲੋਕਾਂ ਦੀ ਉਹ ਹੋਈ ਹੈ ਵੀ 50 ਇਕੱਠੇ ਹੋਣੇ ਨੇ। ਇਹ ਕੁਛ ਚੀਜ਼ਾਂ ਦੇ ਨਾਲ ਹੁੰਦਾ ਕਿ ਅਸੀਂ ਸੋਚੀਏ ਫਿਰ ਤੋਂ ਕਿ ਅਸੀਂ ਫਿਰ ਤੋਂ ਥੋੜਾ ਜਿਹਾ ਘੱਟ ਕਰ ਸਕਦੇ ਹਾਂ ਜਿਹੜੇ ਅਸੀਂ ਬੇਲੋੜੇ, ਕਿਉਂਕਿ ਬੇਲੋੜੇ ਖਰਚੇ ਹੋ ਜਾਂਦੇ ਨੇ ਤਾਂ ਅਸੀਂ ਸੋਚਦੇ ਹਾਂ ਵੀ ਧੀਆਂ ਨੂੰ ਵਿਆਹਣਾ ਸਾਨੂੰ ਔਖਾ ਹੋ ਜਾਂਦਾ, ਵੀ ਧੀਆਂ ਨੂੰ ਅਸੀਂ ਜਨਮ ਨਾ ਦਈਏ। ਜਾਂ ਜਿਹੜੀ ਹੈਗੀ ਆ ਵਾਇਲੈਂਸ ਹੋ ਰਹੀ ਹੈ, ਉਹਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਜਿਹੜੇ ਆਪਣੇ ਪੁੱਤਰਾਂ ਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਇਹੋ ਜਿਹੀ ਐਜੂਕੇਸ਼ਨ ਦਈਏ ਕਿ ਉਹਨੂੰ ਪਤਾ ਲੱਗੇ ਕਿ ਜਿਹੜੀ ਮੇਰੇ ਬਾਹਰ ਅਸੀਂ ਕੋਈ ਵੀ ਲੜਕੀ ਵਿਚਰਦੀ ਹੈ ਉਹਨੂੰ ਮੈਂ ਉਸਨੂੰ ਸਤਿਕਾਰ ਦੇਵਾਂ, ਪਿਆਰ ਦੇਵਾਂ, ਇੱਜ਼ਤ ਦੇਵਾਂ, ਠੀਕ ਹੈ, ਇੱਕ ਹਿਊਮਨ ਬੀਇੰਗ ਦੇ ਅਨੁਸਾਰ। ਤੇ ਦੂਜੀ
ਇਹ ਚੀਜ਼ ਬਿਲਕੁਲ ਹੈ ਕਿ ਸਾਨੂੰ ਜਿਹੜੀ ਹੈਗੀ ਆ ਆਪਣੀ ਟ੍ਰੈਡੀਸ਼ਨਲ ਖਾਣੇ ਜਿਹੜੇ ਹੈਗੇ ਨੇ, ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਅਸੀਂ ਰਵਾਇਤੀ ਭੋਜਨ ਜਿਹੜੇ ਹੈਗੇ ਸੀ ਆਪਾਂ ਥੋੜੇ ਥੋੜੇ ਛੱਡ ਰਹੇ ਹਾਂ ਹੁਣ। ਜੀ ਫਾਸਟ ਫੂਡ ਵੱਲ ਲੱਗ ਰਹੇ ਹਾਂ। ਹਾਂ ਬਿਲਕੁਲ ਫਾਸਟ ਫੂਡ ਵੱਲ ਵੀ ਵੱਧ ਰਹੇ ਆ। ਤੇ ਵੈਸੇ ਵੀ ਜਿਹੜੀ ਹੈਗੀ ਆ ਕਈ ਵਾਰੀ ਹੁਣ ਜਿਵੇਂ ਅਸੀਂ ਥੋੜੀ ਜਿਹੀ ਮੋਟੇ ਅਨਾਜਾਂ ਵਾਲੇ ਗੱਲ ਕਰਦੇ ਹੁੰਦੇ ਆ ਵੀ ਜਵਾਰ, ਬਾਜਰਾ, ਮੱਕੀ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਨੇ। ਅਲਸੀ ਵਰਤਦੇ ਸੀਗੇ, ਤਿਲ ਸੀਗੇ ਸਰਦੀਆਂ ਦੇ ਵਿੱਚ ਵੀ, ਤਿਲ ਭੁੱਗਾ ਬਣਾ ਲਿਆ ਜਾਂ ਹੋਰ ਚੀਜ਼ਾਂ ਕੀਤੀਆਂ, ਅਲਸੀ ਦੀ ਪਿੰਨੀਆਂ ਖਾਧੀਆਂ, ਅਲਸੀ ਦੀ ਪੰਜੀਰੀ ਖਾਧੀ। ਹੁਣ ਨਵੀਂ ਪੀੜ੍ਹੀ ਨਾਲ ਜਦੋਂ ਗੱਲ ਕਰੀਏ ਤਾਂ ਉਹਨਾਂ ਨੇ ਦੇਖੀ ਵੀ ਨਹੀਂ ਹੁੰਦੀ, ਸੁਣੀ ਵੀ ਨਹੀਂ ਹੁੰਦੀ। ਜੀ ਤੇ ਬੜਾ ਹੁੰਦਾ ਵੀ ਸਾਗ ਦੇ ਵਿੱਚ ਕੀ, ਸਰੋਂ ਦਾ ਸਾਗ ਕਿੰਨੇ ਤਰ੍ਹਾਂ ਦੇ ਅਸੀਂ ਪੱਤੇ ਪਾਉਂਦੇ ਸੀਗੇ। ਹਾਲੋਂ ਵੀ ਪੈਣੀ ਉਹਦੇ ਵਿੱਚ, ਚਲਾਈ ਵੀ ਪੈਂਦੀ ਆ, ਬਾਥੂ ਵੀ ਪੈਂਦਾ। ਤੇ ਕਿਸ ਤਰੀਕੇ ਦੇ ਨਾਲ ਇਹ ਹੈਗੀ ਆ, ਇਹ ਮਤਲਬ ਸ਼ਹਿਰਾਂ ਵਾਲਿਆਂ ਨੂੰ ਨਹੀਂ, ਮੈਂ ਪਿੰਡਾਂ ਵਾਲੇ ਲੜਕੀਆਂ ਦੇ ਨਾਲ ਵੀ ਕਿਉਂਕਿ ਗੱਲ ਕਰਦੀ ਆ, ਜਾਂ ਨੌਜਵਾਨ ਪੀੜ੍ਹੀ ਜਿਹੜੀਆਂ ਹੈਗੀਆਂ ਨੇ ਵੀ ਉਹ ਵੀ ਆਪਣੀ ਖੁਰਾਕ ਦੇ ਵਿੱਚ ਇਹਨੂੰ ਜਿਹੜਾ ਹੈਗਾ ਥੋੜਾ ਘੱਟ ਵਰਤ ਰਹੇ ਨੇ। ਤੇ ਸਾਨੂੰ ਮੁੜ ਕੇ ਮੋਟੇ ਅਨਾਜਾਂ ਵੱਲ ਆਉਣ ਦੀ ਲੋੜ ਹੈ, ਕਿਉਂਕਿ ਜਿੰਨਾ ਅਸੀਂ ਉਹ ਕਰਦੇ ਹਾਂ ਕਿ ਮੈਦੇ ਵਾਲੀਆਂ ਚੀਜ਼ਾਂ ਖਾ ਰਹੇ ਹਾਂ ਤਾਂ ਉਨੀਆਂ ਸਾਨੂੰ ਜਿਹੜੀਆਂ ਸਮੱਸਿਆਵਾਂ ਨੇ ਪੇਟ ਦੀਆਂ, ਖਾਣ ਜਿਹੜੀਆਂ ਹੈਗੀਆਂ ਡਾਈਜੈਸ਼ਨ ਦੀਆਂ ਸਮੱਸਿਆਵਾਂ ਜਾਂ ਹੋਰ ਸਮੱਸਿਆਵਾਂ ਵੱਧ ਰਹੀਆਂ ਨੇ। ਤੇ ਇੱਕ ਜਿਹੜਾ ਹੈਗਾ ਆਪਾਂ ਗੱਲ ਕਰਨੇ ਆ ਕਿ ਰੈਡੀ ਟੂ ਮੇਕ ਜਿਹੜਾ ਹੈਗਾ ਵੀ ਫਟਾਫਟ ਬਣਾਇਆ 2 ਮਿੰਟ ਦੇ ਵਿੱਚ ਨੂਡਲਸ ਬਣ ਗਏ ਜਾਂ ਹੋਰ ਨੇ, ਹਾਂ ਉਹ ਚੀਜ਼ਾਂ ਨੂੰ ਦੇਖਣ ਦੀ ਲੋੜ ਹੈਗੀ ਆ। ਕਿਉਂਕਿ ਬਹੁਤ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਨੇ। ਆਟਾ ਆਪਾਂ ਮਿੱਸਾ ਵਰਤਦੇ ਸੀ ਨਾਸ਼ਤੇ ਵਿੱਚ, ਖਾਸ ਤੌਰ ਤੇ ਛੋਲਿਆਂ ਦਾ ਆਟਾ ਪਾ ਲਿਆ, ਜਾਂ ਹੁਣ ਜਿਵੇਂ ਕਹਿੰਦੇ ਆ ਵੀ ਕਣਕ ਦਾ ਆਟਾ ਇਹਦੇ ਵਿੱਚ ਥੋੜਾ ਜਿਹਾ ਮੱਕੀ ਦਾ ਪਾ ਲਿਆ। ਹੁਣ ਜਵਾਰ ਬਾਜਰਾ ਵੀ ਆ, ਓਟਸ ਅਸੀਂ ਖਾ ਕੇ ਰਾਜੀ ਆ। ਤਾਂ ਪਰ ਗੱਲ ਇਹ ਹੈ ਕਿ ਸਾਡੀ ਹੁਣ ਜਿਹੜੀ ਹੈਗੀ ਆ ਖੇਤੀ ਵੀ ਬਦਲ ਗਈ ਆ। ਹੁਣ ਉਹ ਚੀਜ਼ਾਂ ਪਹਿਲਾਂ ਅਸੀਂ ਘਰ ਦੀ ਲੋੜ ਜੋਗੀਆਂ ਉਨੀਆਂ ਕੁ ਲਾਉਂਦੇ ਸੀਗੇ। ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੁਣ ਵੀ ਉਹਨਾਂ ਨੇ ਛੋਟੀਆਂ ਛੋਟੀਆਂ ਕਿੱਟਾਂ ਬਣਾਈਆਂ ਹੁੰਦੀਆਂ ਨੇ, ਤੁਸੀਂ ਘਰ ਜੋਗੀ ਸਰੋਂ, ਤੁਹਾਡਾ ਤੇਲ ਜਿਹੜਾ ਹੈਗਾ ਉਸ ਤਰੀਕੇ ਦਾ ਹੋਵੇ ਵੀ ਤੁਸੀਂ ਆਪਣਾ ਤੇਲ ਕਢਾ ਕੇ ਜਿਹੜਾ ਕਹਾਣੀ ਵਾਲਾ ਉਹ ਵਰਤੋ। ਫਰੂਟ ਨਿਊਟ੍ਰੀਸ਼ਨ ਗਾਰਡਨ ਦੀ ਗੱਲ ਹੁੰਦੀ ਹੈ ਕਿ ਥੋੜੀ ਜਿਹੀ ਜਿਹੜੀ ਹੈਗੀ ਕਿਆਰੀ ਲਾ ਕੇ ਕਿਚਨ ਗਾਰਡਨ ਦੇ ਵਿੱਚ ਤੁਸੀਂ ਜਿਹੜੀ ਹੈਗੀ ਆਪਣੀ ਘਰੇਲੂ ਬਗੀਚੀ ਲਗਾ ਕੇ ਵੀ ਆਪਣੀਆਂ ਸਬਜ਼ੀਆਂ ਉਗਾਓ ਤੇ ਆਪਣਾ ਹੀ ਖਾਓ। ਹੁਣ ਮੈਨੂੰ ਯਾਦ ਹੈ ਸੰਦੀਪ ਜੀ, ਮੈਂ ਹਾਲੋਂ ਜਿਹੜੀ ਹੈਗੀ ਆ ਪੜ੍ਹਦੇ ਹੁੰਦੇ ਸੀਗੇ। ਫਿਰ ਜਦੋਂ ਮੈਂ ਪਟਿਆਲੇ ਥੋੜਾ ਕੰਮ ਕੀਤਾ ਤਾਂ ਫਿਰ ਮੈਂ ਪਿੰਡਾਂ 'ਚ ਜਾਣਾ, ਮੈਂ ਪੁੱਛਣਾ ਬਜ਼ੁਰਗਾਂ ਨੂੰ ਵੀ ਮੈਨੂੰ ਹਾਲੋਂ ਦਿਖਾ ਦਿਓ, ਵੀ ਮੈਂ ਵੀ ਉਹਨੂੰ ਵਰਤਿਆ। ਫਿਰ ਅੱਛਾ ਸੁਹੰਜਣਾ ਨੇ ਜੀ, ਸੁਹੰਜਣਾ ਦੇ ਬੂਟੇ ਅਸੀਂ ਕਿੰਨੇ ਹੀ ਐਤਕੀ ਮੈਨੂੰ ਲੱਗਦਾ ਕਿ 2 ਸਾਲ ਹੋ ਗਏ ਨੇ, 3 ਸਾਲ ਹੋ ਗਏ, ਅਸੀਂ ਜਦੋਂ ਟ੍ਰੇਨਿੰਗਸ ਲਗਾਉਂਦੇ ਆ ਨਾ ਤਾਂ ਉਹਦੇ ਵਿੱਚ ਅਸੀਂ ਜਿਨ੍ਹਾਂ ਨੂੰ ਬੈਸਟ ਚੁਣਦੇ ਆ ਵੀ 1 2 3 ਨੰਬਰ ਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਮੈਂ ਜ਼ਰੂਰ ਅਸੀਂ ਬੂਟੇ ਹੀ ਦਿੰਦੇ ਆ, ਖਾਸ ਤੌਰ ਤੇ ਟ੍ਰੈਡੀਸ਼ਨਲ। ਹਾਂਜੀ, ਜਿਵੇਂ ਆਂਵਲਾ, ਨਿੰਬੂ ਹੈ ਜਾਂ ਇਸ ਤਰੀਕੇ ਦੇ ਵੀ, ਤਾਂ ਕਿ ਕਿਉਂਕਿ ਸੁਹੰਜਣਾ ਦੇ ਵਿੱਚ ਬਹੁਤ ਸਾਰੇ ਗੁਣ ਨੇ। ਇਹ ਭਾਰਤ ਤੋਂ ਹੀ ਇਹਦੀ ਸਿਆਣਪ ਗਈ ਹੈ ਤੇ ਹੁਣ ਇਹਨੂੰ ਹਰ ਜਗ੍ਹਾ ਤੇ ਸੁਹੰਜਣਾ ਦੇ ਪੱਤਿਆਂ ਦਾ ਪਾਊਡਰ ਮਿਲ ਰਿਹਾ, ਆਨਲਾਈਨ ਹੋਰ ਸਾਰੀਆਂ ਚੀਜ਼ਾਂ ਮਿਲ ਰਹੀਆਂ ਨੇ। ਸਾਡੀਆਂ ਜਿਹੜੀਆਂ ਮਾਵਾਂ ਸੀਗੀਆਂ, ਦਾਦੀਆਂ ਸੀਗੀਆਂ, ਉਹ ਸੁਹੰਜਣਾ ਦੀ ਹਰ ਇੱਕ ਚੀਜ਼ ਨੂੰ ਵਰਤਦੀਆਂ ਸੀ। ਫਲੀਆਂ ਦੀ ਸਬਜ਼ੀ ਬਣਾ ਲੈਣੀ, ਅਚਾਰ ਪਾ ਲੈਣਾ ਉਹਨਾਂ ਦਾ ਫਲੀਆਂ ਦਾ, ਉਹਦੇ ਫੁੱਲਾਂ ਦੀ ਜਿਹੜੀ ਹੈਗੀ ਆ ਸਬਜ਼ੀ ਬਣਾਉਣੀ। ਇਸ ਤਰੀਕੇ ਦੇ ਨਾਲ ਮਤਲਬ ਇਹ ਚੀਜ਼ਾਂ ਨੇ। ਬਾਕੀ ਕੁਛ ਚੀਜ਼ਾਂ ਇਹ ਹੈਗੀਆਂ ਨੇ ਕਿ ਵੀ ਜਿਵੇਂ ਤੁਸੀਂ ਆਪਣੇ ਅਨਾਜ ਜਿਹੜੇ ਹੈਗੇ ਨੇ, ਮੋਟੇ ਅਨਾਜ ਜ਼ਰੂਰ ਵਰਤੋ, ਨਾਲ ਮਿਕਸ ਕਰਕੇ ਵਰਤੋ। ਕੱਚੀਆਂ ਸਬਜ਼ੀਆਂ ਜਿਹੜੀਆਂ ਹੈਗੇ ਨੇ ਸਲਾਦ ਦੇ ਵਿੱਚ ਜ਼ਰੂਰ ਖਾਓ ਤੇ ਕੋਸ਼ਿਸ਼ ਕਰੋ ਵੀ ਜਿਹੜਾ ਖਾਣਾ ਹੈਗਾ ਵੀ ਆਪਣਾ ਘਰ ਦਾ ਬਣਿਆ ਹੋਇਆ ਅਸੀਂ ਖਾਈਏ। ਓਕੇ, ਠੀਕ ਹੈ। ਹਾਂਜੀ, ਇਹ ਚੀਜ਼ਾਂ ਦੇ ਵਿੱਚ ਹੈਗੀ ਹੈ ਲੋੜ ਸਾਨੂੰ। ਜਵਾਰ, ਬਾਜਰਾ, ਹੋਰ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਬੜੇ, ਹੁਣ ਤਾਂ ਇਸ ਨੂੰ ਫੈਸ਼ਨੇਬਲ ਟਰਮ ਦਿੱਤੀ ਗਈ ਹੈ ਵੀ ਗਲੂਟਨ ਫ੍ਰੀ। ਸਾਡੀ ਯੰਗ ਜਨਰੇਸ਼ਨ ਇਹਨੂੰ ਸਮਝੂਗੀ ਵੀ ਗਲੂਟਨ ਫ੍ਰੀ ਖਾਓ, ਤੇ ਅਸੀਂ ਪਹਿਲਾਂ ਗਲੂਟਨ ਫ੍ਰੀ ਹੀ ਖਾਂਦੇ ਸੀਗੇ। ਦਾਲਾਂ ਨੇ, ਸਾਡੇ ਮੋਠ ਹੈ। ਤੁਹਾਡੀਆਂ ਗੱਲਾਂ ਤੋਂ ਨਾ ਸਾਰਾ ਕੁਝ ਯਾਦ ਆ ਗਿਆ ਕਿ ਕਿਸ ਤਰ੍ਹਾਂ ਪਹਿਲਾਂ ਦੇਖੋ ਸਿਰਫ ਤੇ ਸਿਰਫ ਅਸੀਂ ਬਾਹਰ ਦੀਆਂ ਚੀਜ਼ਾਂ ਬਹੁਤ ਘੱਟ ਖਾਂਦੇ ਸੀ। ਸਿਰਫ ਘਰ ਦੀ ਚੀਜ਼ ਜਿਸ ਤਰ੍ਹਾਂ ਮਾਵਾਂ ਨੇ ਬਣਾ ਦਿੱਤੀ, ਘਰ ਦੇ ਵਿੱਚ ਜੀਆਂ ਨੇ ਬਣਾ ਦਿੱਤੀ, ਉਹੀ ਚੀਜ਼ਾਂ ਅਸੀਂ ਖਾਣੀਆਂ ਹੁੰਦੀਆਂ ਸੀ। ਉਹ ਕਿੰਨੇ ਤਰ੍ਹਾਂ ਦੇ ਹਰਬਸ ਯੂਜ਼ ਕਰਦੇ ਸੀਗੇ, ਜਿਵੇਂ ਕਰਦੇ ਸੀ, ਕਿੰਨੀਆਂ ਜੜੀਆਂ ਬੂਟੀਆਂ, ਔਰ ਕਿਸ ਤਰ੍ਹਾਂ ਮਤਲਬ ਘਰ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਉਹ ਸਿਹਤ ਦੇ ਲਈ ਕਿੰਨੀਆਂ ਫਾਇਦੇਮੰਦ ਹੁੰਦੀਆਂ ਸੀਗੀਆਂ। ਨਹੀਂ, ਜਿਵੇਂ ਹੁਣ ਜਦੋਂ ਬੁਖਾਰ ਸੀ, ਜ਼ੁਕਾਮ ਸੀ ਤਾਂ ਤੁਲਸੀ ਵਾਲੀ ਚਾਹ, ਅਦਰਕ ਵਾਲੀ ਚਾਹ, ਮੁਲੱਠੀ ਪਾ ਦਿੱਤੀ, ਠੀਕ ਹੈ, ਦਵਾਈ ਘੱਟ ਖਾਣੀ, ਮੋਠ ਬਾਜਰੇ ਦੀ ਖਿਚੜੀ, ਮਤਲਬ ਉਹ ਤਾਂ ਬਿਲਕੁਲ ਸਮਝਦੇ ਨੇ ਕਿ ਸਾਡੇ ਲਈ ਕਿੰਨੀ ਫਾਇਦੇਮੰਦ ਨੇ। ਪਰ ਬੱਚੇ ਜਿਹੜੇ ਨੇ ਘਰ ਦੇ ਵਿੱਚ, ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ, ਉਹਨਾਂ ਨੂੰ ਖਵਾਉਣਾ ਪਿਆਉਣਾ ਮਾਪਿਆਂ ਦੇ ਲਈ ਕਈ ਵਾਰੀ ਬੜਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦਾ ਜਿਹੜਾ ਚਿੱਤ ਕਰਦਾ ਕਿ ਫਾਸਟ ਫੂਡ ਹੈ ਸਾਨੂੰ ਮਿਲ ਜਾਏ ਜਾਂ ਕੁਝ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਣ ਖਾਣ ਵਾਲੀਆਂ, ਫਟਾਫਟ ਵਾਲੀਆਂ। ਤੇ ਤੁਸੀਂ ਕੀ ਕਹੋਗੇ ਕਿ ਮਾਪਿਆਂ ਨੂੰ ਕਿੱਦਾਂ ਧਿਆਨ ਰੱਖਣਾ ਚਾਹੀਦਾ, ਬੱਚਿਆਂ ਨੂੰ ਕਿਵੇਂ ਖਵਾ ਸਕਦੇ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਨਿਊਟ੍ਰੀਸ਼ਨ ਵੈਲਿਊਜ਼ ਨੇ ਜ਼ਿਆਦਾ, ਉਹ ਚੀਜ਼ਾਂ ਖਵਾਈਆਂ ਜਾ ਸਕਦੀਆਂ ਜਿੱਦਾਂ?
ਇਹ ਦੇਖੋ ਜੀ, ਆਪਾਂ ਕਹਿੰਦੇ ਆ ਕਿ ਜਿਹੜੀਆਂ ਹੈਬਿਟਸ ਰਨ ਇਨ ਦਾ ਫੈਮਲੀਜ਼, ਹਨਾ, ਜੋ ਤੁਸੀਂ ਆਪਣੀਆਂ ਸ਼ੁਰੂ ਤੋਂ ਆਪਾਂ ਆਪਣੇ ਬੱਚਿਆਂ ਨੂੰ, ਹਾਂ ਠੀਕ ਹੈ, ਕਿਉਂਕਿ ਬਾਹਰ ਦਾ ਜਿਹੜਾ ਇੱਕ ਐਡਵਰਟੀਜ਼ਮੈਂਟ ਹੈ ਉਹਦੇ ਨਾਲ ਇਹ ਹੈ ਕਿ ਬੱਚਿਆਂ ਨੂੰ ਇਹ ਸਟੇਟਸ ਸਿੰਬਲ ਲੱਗਦਾ ਕਿ ਅਸੀਂ ਬਾਹਰ ਜਾ ਕੇ ਖਾਏ, ਆਪਣੇ ਫਰੈਂਡਸ ਨੂੰ ਸਨੈਪਚੈਟ ਸਟੋਰੀ ਪਾ ਰਹੇ ਹਾਂ ਜੀ, ਅੱਜ ਅਸੀਂ ਇੱਥੇ ਬੈਠੇ ਹਾਂ ਤੇ ਇੱਥੇ ਖਾ ਰਹੇ ਹਾਂ। ਉਹ ਜਿਹੜੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਹੁੰਦਾ ਕਿ ਆਪਾਂ ਉਹਨੂੰ ਬਿਲਕੁਲ ਬੰਦ ਨਹੀਂ ਕਰ ਸਕਦੇ ਹੈਗੇ। ਬਟ ਇਹ ਚੀਜ਼ ਹੈ ਕਿ ਜੇ ਆਪਣਾ ਜਿਹੜੇ ਮੌਸਮੀ ਫਲ ਸਬਜ਼ੀਆਂ ਨੇ, ਮੋਟੇ ਅਨਾਜ ਦੀ ਬਣੀ ਹੋਈ ਰੋਟੀ ਹੈ, ਸਬਜ਼ੀ ਹੈ, ਖਿਚੜੀ ਹੈ, ਜਾਂ ਅਸੀਂ ਹੋਰ ਚੀਜ਼ਾਂ ਨੂੰ ਵਰਤਦੇ ਹਾਂ, ਉਹ ਵੀ ਅਸੀਂ ਕਰੀਏ ਤੇ ਇਹਨੂੰ ਜਿਹੜੀ ਹੈਗੀ ਐਜ਼ ਅ ਟਰੀਟ ਅਸੀਂ ਰੱਖੀਏ ਵੀ। 15 ਦਿਨਾਂ ਦੇ ਵਿੱਚ ਇੱਕ ਵਾਰ ਅਸੀਂ ਖਾਂਦੇ ਹਾਂ, ਕਿਉਂਕਿ ਬੱਚਿਆਂ ਨੂੰ ਉਹ ਚੀਜ਼ ਵੀ ਓਨੀ ਜ਼ਰੂਰੀ ਹੈ। ਤੇ ਜਿਹੜੀ ਐਡਵਰਟੀਜ਼ਮੈਂਟਸ ਹੋ ਰਹੀਆਂ ਨੇ ਸਾਰੀਆਂ ਬੱਚਿਆਂ ਨੂੰ ਮੁੱਖ ਰੱਖ ਕੇ ਹੀ ਹੋ ਰਹੀਆਂ ਨੇ ਕਿ ਆਪਾਂ ਇਸ ਚੀਜ਼ ਤੋਂ ਬੱਚਿਆਂ ਨੂੰ ਪਿੱਛੇ ਨਹੀਂ ਕਰ ਸਕਦੇ। ਪਰ ਉਹਦੇ 'ਚ ਵੀ ਬੜੀਆਂ ਕੁਛ ਚੀਜ਼ਾਂ ਆਪਸ਼ਨਸ ਹੈਗੀਆਂ ਨੇ, ਜਿਵੇਂ ਹੁਣ ਪਾਸਤਾ ਖਾਂਦੇ ਹਾਂ ਆਪਾਂ, ਸੂਜੀ ਵਾਲਾ ਲੈ ਲਈਏ, ਨਾ ਕਿ ਮੈਦੇ ਵਾਲਾ ਪਾਸਤਾ ਨਾ ਲਈਏ। ਸੇਵੀਆਂ ਬਣਾਉਂਦੇ ਆਪਾਂ, ਮਿੱਠੀਆਂ ਸੇਵੀਆਂ ਹੀ ਬਣਾਉਂਦੇ ਸੀਗੇ, ਤੇ ਉਹ ਸੇਵੀਆਂ ਸਬਜ਼ੀਆਂ ਪਾ ਕੇ ਨਮਕੀਨ ਵੀ ਬਣ ਸਕਦੀਆਂ ਨੇ, ਠੀਕ ਹੈ ਨਾ। ਉਪਮਾ, ਆਪਾਂ ਸੂਜੀ ਦਾ ਕੜਾਹ ਖਾਂਦੇ ਹਾਂ, ਸੂਜੀ ਦਾ ਨਮਕੀਨ ਕੜਾਹ ਵੀ ਬਹੁਤ ਸਵਾਦ ਬਣਦਾ ਜੇ ਬੱਚਿਆਂ ਨੂੰ ਉਹਦੇ ਵਿੱਚ ਆਪਾਂ ਰੱਖੀਏ ਵੀ, ਉਹਦੇ 'ਚ ਕੜੀ ਪੱਤੇ ਦਾ ਤੜਕਾ ਲੱਗਿਆ ਤੇ ਹੋਰ ਸਬਜ਼ੀਆਂ ਪਾ ਦਿੱਤੀਆਂ, ਤੇ ਇਸ ਤਰੀਕੇ ਨਾਲ ਆ ਪਕੌੜੇ ਬਣਾਉਂਦੇ ਆ ਆਪਾਂ, ਉਹਦੇ 'ਚ ਕਿੰਨਾ ਵਧੀਆ ਹੈ ਕਿ ਆਪਾਂ ਵੇਸਣ ਦੇ ਨਾਲ ਵਿੱਚ ਜਿਹੜੀਆਂ ਸਬਜ਼ੀਆਂ ਪਾ ਕੇ ਤੇ ਉਹਦੇ ਨਾਲ ਨਵੀਂ ਟੈਕਨੋਲੋਜੀ ਨੂੰ ਯੂਜ਼ ਕਰਕੇ, ਜਿਵੇਂ ਤੁਸੀਂ ਕੁੱਕਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਵਰਤ ਕੇ ਉਸ ਤਰੀਕੇ ਦੇ ਨਾਲ ਜੇ ਆਪੇ ਬਣਾ ਲੈਂਦੇ ਆ, ਉਹ ਤਰੀਕੇ ਦੇ ਨਾਲ ਮਤਲਬ ਥੋੜਾ ਜਿਹਾ ਮਾਵਾਂ ਨੂੰ ਖਾਸ ਤੌਰ ਤੇ ਇਹਦੇ 'ਚ ਥੋੜਾ ਜਿਹਾ ਕ੍ਰੀਏਟਿਵ ਹੋਣਾ ਪੈਂਦਾ ਹੈ, ਕਿਉਂਕਿ ਆਪਸ਼ਨਸ ਬਹੁਤ ਨੇ ਅਤੇ ਇਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਵਰਤ ਕੇ ਜਿਹੜਾ ਹੈਗਾ ਬੱਚਿਆਂ ਨੂੰ ਕਰ ਸਕਦੇ ਹਾਂ। ਫਿਰ ਵੀ ਮੈਨੂੰ ਲੱਗਦਾ ਹੁੰਦਾ ਕਿ ਬੱਚਿਆਂ ਨੂੰ ਕਦੀ ਇੱਕ ਲੱਗਦਾ ਕਿ ਅੱਜ ਮੈਨੂੰ ਤੁਸੀਂ ਮੈਗੀ ਬਣਾ ਦਿੱਤੀ, ਫਿਰ ਉਹ ਤੁਸੀਂ ਉਹਦੇ 'ਚ ਬੱਚਿਆਂ ਨੂੰ ਇਨਵੋਲਵ ਕਰੋ ਕਿ ਅੱਜ ਚੱਲ ਤੂੰ ਬਣਾ ਵਿੱਚ, ਕਦੀ ਤੁਸੀਂ ਐਜ਼ ਅ ਸਨੈਕ ਖਾ ਸਕਦੇ ਹੋ। ਪੋਪਕੋਰਨ ਬਣਾ ਲਏ ਆਪਾਂ, ਤੇ ਮੈਨੂੰ ਲੱਗਦਾ ਹੁੰਦਾ ਸੀ ਅਸੀਂ ਗੱਲ ਕਰਦੇ ਆਪਣੇ ਬੱਚਿਆਂ ਨੂੰ, ਮੈਂ ਦੱਸ ਦਿੰਦੀ ਹਾਂ ਕਿ ਤੁਸੀਂ ਕਹਿੰਦੇ ਹੋ ਨਾ ਸ਼ਾਮ ਨੂੰ ਸਨੈਕ, ਸਾਡੇ ਲਈ ਸ਼ਾਮ ਦਾ ਸਨੈਕ ਕੀ ਹੁੰਦਾ ਸੀਗਾ ਕਿ ਰੋਟੀ ਦੇ ਉੱਤੇ ਗੁੜ ਰੱਖ ਲਿਆ ਜਾਂ ਸ਼ੱਕਰ ਘਿਓ ਦੇ ਨਾਲ ਖਾ ਲਈ, ਕਿਉਂਕਿ ਤੁਹਾਨੂੰ ਉਹ ਸਟਾਈਟੀ ਵੈਲਿਊ ਵੀ ਦਿੰਦੀ ਹੈ ਕਿ ਤੁਹਾਡਾ ਬਾਰ-ਬਾਰ ਕੁਛ ਖਾਣ ਨੂੰ ਜੀਅ ਨਹੀਂ ਕਰਦਾ। ਜਾਂ ਘਰ ਦੇ ਜਿਹੜੇ ਬਣੇ ਹੋਏ ਅਚਾਰ ਨੇ, ਹੁਣ ਔਲਿਆਂ ਦਾ ਅਚਾਰ, ਗਾਜਰਾਂ ਦਾ ਅਚਾਰ ਬਣਾ ਲਿਆ, ਗੋਭੀ ਗਾਜਰ ਸ਼ਲਗਮ ਦਾ ਅਚਾਰ ਬਣਾ ਲਿਆ, ਤੇ ਉਹ ਇਸ ਤਰੀਕੇ ਨਾਲ ਹੀ ਹੁੰਦਾ ਸੀਗਾ ਕਿ ਤੁਸੀਂ ਉਹ ਖਾਂਦਾ। ਮਸ਼ਰੂਮ ਆਪਾਂ ਖਾਂਦੇ ਹਾਂ, ਮਸ਼ਰੂਮ ਦਾ ਅਚਾਰ ਬਣਾ ਕੇ ਆਪਾਂ ਜੇ ਉਹ ਦਈਏ ਬੱਚਿਆਂ ਨੂੰ ਵੀ ਲੱਗਦਾ ਕਿ ਹਾਂ ਇਹ ਟ੍ਰੈਡੀਸ਼ਨਲ ਦੇ ਨਾਲ ਇੱਕ ਜੁੜ ਕੇ ਚੀਜ਼ ਬਣੀ ਹੈ। ਜੀ ਬਿਲਕੁਲ, ਸਵਾਦ ਦਾ ਸਵਾਦ ਔਰ ਸਿਹਤ ਦੀ ਸਿਹਤ, ਸੋ ਇਹ ਦੋ ਚੀਜ਼ਾਂ ਜਿਹੜੀਆਂ, ਬਿਲਕੁਲ ਜੀ। ਤੇ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਦੱਸਿਆ, ਸੋ ਕਿਸ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਵੀ ਜਿਹੜਾ ਹੈ ਵਧੀਆ ਚੀਜ਼ਾਂ ਖਵਾਉਣ ਦੇ ਲਈ ਇੱਕ ਆਦਤ ਜਿਹੜੀ ਉਹਨਾਂ ਦੇ ਵਿੱਚ ਡਿਵੈਲਪ ਕਰ ਸਕਦੇ ਹਾਂ, ਬਹੁਤ ਸੋਹਣੇ ਤਰੀਕੇ ਦੇ ਨਾਲ। ਤੇ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਜਾਂਦੇ ਜਾਂਦੇ ਤਮਾਮ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸੈਨ ਫਰਾਂਸਿਸਕੋ ਤੁਸੀਂ ਘੁੰਮ ਕੇ ਗਏ, ਥੋੜਾ ਤਜਰਬਾ, ਕੋਈ ਐਕਸਪੀਰੀਅੰਸ ਤੁਸੀਂ ਉਹਦਾ ਉਹ ਸ਼ੇਅਰ ਕਰਨਾ ਚਾਹੋ, ਤੇ ਕੋਈ ਹੋਰ ਜਿਹੜੀ ਗੱਲ ਜਿਹੜੀ ਤੁਹਾਨੂੰ ਲੱਗਦਾ ਕਿ ਹਜੇ ਬਾਕੀ ਸਾਡੀ ਜਿਹੜੀ ਸੁਣਨ ਵਾਲੇ ਸਰੋਤੇ ਨੇ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਚਾਹੇ ਉਹ ਰਵਾਇਤੀ ਖਾਣਿਆਂ ਦੇ ਨਾਲ ਸੰਬੰਧਿਤ ਹੈ ਜਾਂ ਕਿਸੇ ਚੀਜ਼ ਨਾਲ ਸੰਬੰਧਿਤ ਹੈ ਜੀ? ਸੰਦੀਪ ਜੀ, ਸੈਨ ਫਰਾਂਸਿਸਕੋ ਮੈਂ 4 ਸਾਲ ਪਹਿਲਾਂ ਇੱਥੇ ਆਈ ਸੀਗੀ, ਸਾਰਾ ਕੋਸਟ ਇੱਧਰਲਾ ਘੁੰਮਿਆ ਸੀਗਾ ਤੇ ਬਹੁਤ ਸੋਹਣਾ ਸ਼ਹਿਰ ਹੈ। ਮੈਂ SOTC ਟੂਰ 'ਚ ਆਈ ਸੀ ਤੇ ਉਹਨਾਂ ਦੇ ਸਾਡੇ ਗਾਈਡ ਨੇ ਸਾਨੂੰ ਬੜਾ ਅੱਛਾ, ਮਤਲਬ ਗੋਲਡਨ ਗੇਟ ਬ੍ਰਿਜ ਵੀ ਗਈ ਮੈਂ, ਫਿਸ਼ਮੈਨਸ ਵਾਰਫ ਵੀ ਸੀ, ਫਿਰ ਸਾਰੀ ਜਿਹੜੀ ਹੈਗੀ ਆ ਬੇ ਕਰੂਜ਼ ਤੇ ਵੀ ਗਈ, ਟਵਿਨ ਪੀਕਸ ਵੀ ਦੇਖੀਆਂ, ਚਾਈਨਾ ਟਾਊਨ ਵੀ ਦੇਖਿਆ। ਕੇਬਲ ਕਾਰ ਦੇ ਵਿੱਚ ਖੈਰ ਚੜ੍ਹ ਨਹੀਂ ਪਾਈ ਕਿਉਂਕਿ ਸਾਡੀ ਆਪਣੀ ਸੀਗੀ, ਪਰ ਮੈਂ ਸੜਕਾਂ ਤੇ ਜਾਂਦੀਆਂ ਇੱਕ ਜਿਹੜਾ ਪੁਰਾਣੇ ਸ਼ਹਿਰ ਦੇ ਵਿੱਚ ਇਟਲੀ ਵਸਿਆ ਹੋਇਆ ਪੁਰਾਣਾ, ਉਹ ਵਾਲਾ ਦੇਖਿਆ ਤੇ ਬੜਾ ਅੱਛਾ, ਬੜਾ ਸੋਹਣਾ, ਬੜਾ ਪਿਆਰਾ ਸ਼ਹਿਰ ਹੈ ਇਹ। ਤੇ ਬੜੀ ਖੁਸ਼ੀ ਹੁੰਦੀ ਆ ਕਿ ਬੜਾ ਇਹਦੇ ਵਿੱਚ ਵੀ ਸਾਡੇ ਇੰਡੀਅਨਸ ਵੀ ਮੈਨੂੰ ਖੈਰ ਮਿਲੇ ਵੀ ਸੀਗੇ ਵਿੱਚ, ਤੇ ਅਕਸਰ ਮੈਨੂੰ ਆਪਣੀ ਮੇਰੀ ਕਾਲਜ ਟਾਈਮ ਦੀ ਫਰੈਂਡ ਵੀ ਇੱਥੇ ਮਿਲੀ ਆ ਕੇ। ਤੇ ਸਾਰੀਆਂ ਇਹ ਚੀਜ਼ਾਂ ਨੇ ਕਿ ਇੱਕ ਆਪਾਂ ਜਿਹੜੀ ਹੈਗੀਆਂ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ 'ਚ ਬੈਠ ਕੇ ਮੈਨੂੰ ਸਗੋਂ ਬੜੀ ਮਾਣ ਮਹਿਸੂਸ ਹੁੰਦਾ ਕਿ ਉੱਥੇ ਜਾ ਕੇ ਤਾਂ ਸਾਨੂੰ ਸਗੋਂ ਲੱਗਿਆ ਕਿ ਸਾਡੀ ਇੱਕ ਆਈਡੈਂਟਿਟੀ ਹੋਰ ਨਿਖਰ ਕੇ ਆਈ ਹੈ ਕਿ ਅਸੀਂ ਜਿਸ ਤਰੀਕੇ ਨਾਲ ਕੀਤੀ ਹੈ। ਸ਼ਾਲਾ ਪੰਜਾਬੀ ਉਹ ਜਿੱਥੇ ਵੀ ਰਹਿੰਦੇ ਹੋ ਜਿਉਂਦੇ ਵਸਦੇ ਰਹੋ। ਤੇ ਬਾਕੀ ਜਿਹੜਾ ਵੀ ਪੰਜਾਬੀ ਮੈਨੂੰ ਲੱਗਦਾ ਕਿ ਆਪਣੇ ਅੰਦਰ ਇੱਕ ਮਿੰਨੀ ਪੰਜਾਬ ਲੈ ਕੇ ਜਾਂਦਾ ਹੈ, ਤੇ ਉਹਨਾਂ ਨੇ ਉੱਥੇ ਸਾਡੀ ਜਿਹੜੀ ਹੈਗੀ ਹੈ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਲੰਗਰ ਦੀ ਪਰੰਪਰਾ ਸੀਗੀ, ਉਹ ਸ਼ਾਇਦ ਸਾਡੀ ਜਿਹੜੀ ਖਾਲਸਾ ਏਡ ਨੇ ਸਾਨੂੰ ਉਸ ਤਰੀਕੇ ਦੇ ਨਾਲ ਇਹ ਸਾਰੀ ਦੁਨੀਆ 'ਚ ਜਗ ਜ਼ਾਹਰ ਕਰਤੀ ਕਿ ਬੜਾ ਮਾਣ ਹੁੰਦਾ ਵੀ ਜਦੋਂ ਪੜ੍ਹੀ ਦਾ ਆ ਕੇ ਜਾਂ ਦੇਖੀ ਦਾ ਕਿ ਵੀ ਫਲਾਣੀ ਥਾਂ ਤੇ ਲੰਡਨ 'ਚ ਪ੍ਰੋਬਲਮ ਹੋਈ, ਲੋਕਡਾਊਨ ਹੋਇਆ, ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਫੋਨ ਕੀਤਾ ਗਿਆ ਕਿ ਸਾਨੂੰ ਜਿਹੜੀ 800 ਲੋਕਾਂ ਦਾ ਲੰਗਰ ਚਾਹੀਦਾ। ਤੇ ਇਹ ਜਿਹੜਾ ਮਾਣ ਜਿਹੜਾ ਹੈਗਾ ਮੈਨੂੰ ਲੱਗਦਾ ਸਾਡੇ ਬਾਹਰ ਵਸਦੇ ਪੰਜਾਬੀਆਂ ਨੇ ਜ਼ਿਆਦਾ ਤਰੀਕੇ ਨਾਲ, ਵਧੀਆ ਤਰੀਕੇ ਨਾਲ ਕਰ ਦਿੱਤਾ ਹੈ। ਤੇ ਇਹੀ ਚੀਜ਼ਾਂ ਨੇ ਕਿ ਆਪਾਂ ਲੰਗਰ ਵੀ ਦੇ ਵਿੱਚ ਵੀ ਹੈ, ਆਪਣੀ ਜਿਹੜੀਆਂ ਹੈਗੀਆਂ ਨੇ ਆਪਣਾ ਪੰਜਾਬ ਲੈ ਕੇ ਗਏ ਹਾਂ, ਆਪਣੀਆਂ ਪਰੰਪਰਾਵਾਂ
ਉਹ ਅੱਛੀਆਂ ਪਰੰਪਰਾਵਾਂ ਨੂੰ ਜ਼ਰੂਰ ਰੱਖੀਏ ਤੇ ਇਹ ਜਿਹੜਾ ਦਾਗ ਜ਼ਰੂਰ ਮਿਟਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਕੁੜੀ ਮਾਰਾਂ, ਸਾਡੇ ਜਿਹੜੇ ਹੈਗੇ ਆ 1000 ਮਰਦਾਂ ਦੇ ਪਿੱਛੇ 886 ਔਰਤਾਂ ਨੇ, ਜੇ ਇਸ ਨੂੰ ਅਸੀਂ ਖਤਮ ਕਰ ਲਈਏ ਤਾਂ ਸ਼ਾਇਦ ਸਾਡੇ ਵਰਗੀ ਤਾਂ ਕੋਈ ਕੌਮ ਹੀ ਨਹੀਂ ਹੈ। ਰੱਬ ਰਾਖਾ ਜੀ, ਸਾਰੇ ਇੰਸ਼ਾਅੱਲਾ ਖੁਸ਼ੀਆਂ ਨਾਲ ਵਸਦੇ ਰਹੋ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਡਾਕਟਰ ਗੁਰਉਪਦੇਸ਼ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਔਰ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ ਮੈਂ ਆਸ ਕਰਦੀ ਹਾਂ ਕਿ ਵਾਕਈ ਇਹਨਾਂ ਗੱਲਾਂ ਨੂੰ ਅਸੀਂ ਫੋਲੋ ਜ਼ਰੂਰ ਕਰੀਏ ਔਰ ਆਪਣੇ ਜੀਵਨ ਨੂੰ ਸਫਲ ਵੀ, ਸੋਹਣਾ ਵੀ, ਖੂਬਸੂਰਤ ਬਣਾ ਲਈਏ। ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ। ਥੈਂਕ ਯੂ ਸੋ ਮਚ ਜੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।